ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਤੇ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡੀਅਨ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਦੇ ਲਈ ਵਿੱਢੀ ਮੁਹਿੰਮ। ਨਿਊਯਾਰਕ 'ਚ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਨਾਉਣ ਦੇ ਲਈ ਮਤਾ ਪੇਸ਼। ਭਾਰਤ ਤੇ ਅਮਰੀਕੀ ਫੌਜ ਦੇ ਲੜਾਕੂ ਜਹਾਜ਼ਾਂ ਵੱਲੋਂ ਸਾਂਝੀ ਮਸ਼ਕ। ਅਮਰੀਕਾ 'ਚ ਭਾਰਤੀ ਮੂਲ ਦੇ ਉਦੇ ਤਾਂਬਰ ਬਣੇ ਨਸਲੀ ਸਲਾਹਕਾਰ ਬੋਰਡ ਦੇ ਮੈਂਬਰ। ਅਮਰੀਕਾ ਦੇ ਟੈਕਸਾਸ ਵਿੱਚ ਪਾਰਟੀ ਦੌਰਾਨ ਗੋਲੀਬਾਰੀ, 9 ਜ਼ਖਮੀ। ਸੁਡਾਨ 'ਚੋਂ ਭਾਰਤੀਆਂ ਨੂੰ ਕੱਢਣ ਦੇ ਲਈ ਆਪਰੇਸ਼ਨ ਕਾਵੇਰੀ ਸ਼ੁਰੂ। ਅਮਰੀਕੀ ਲੇਖਕ ਸਟੀਫਨ ਕਿੰਗ ਨੇ ਟਵਿੱਟਰ ਬਲੂ ਟਿਕ ਸਬਸਕ੍ਰਿਪਸ਼ਨ ਤੇ ਚੁੱਕੇ ਸਵਾਲ। ਐਲਨ ਮਸਕ ਨੇ ਦਿੱਤੇ ਜਵਾਬ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਕੈਨੇਡਾ ਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਕੈਨੇਡਾ ਵਿੱਚ ਵਿਰੋਧੀ ਧਿਰ ਦੇ ਨੇਤਾ ਪੀਅਰ ਵੱਲੋਂ ਵਿੱਢੀ ਗਈ ਮੁਹਿੰਮ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ पुरजोर स्वागत किया है। गौरतलब है कि फ्लाई अमृतसर इनीशिएटिव अमृतसर लिए बेहतर हवाई संपर्क स्थापित करने के लिए पिछले कई सालों तो काम कर रहा है। बीते दिनी कंजरवेटिव पार्टी के नेता ने ओंटारियो सूबे के शहर ब्रैम्पटन के अपनी पार्टी वालों करवाए गए एक भरमे समागम के कैनेडा की मौजूदा सरकार से निशाना साधद्या कहा कि पंजाबी भाईचारा लंबे समय तो कैनेडा और अमृतसर के दरमियान सिद्धियां उड़ाणा शुरू करने दे विच सरकार वालों सहूलत देने की मांग कर रहा, पर कई सालों बाद भी लिबरल सरकार इस मांग नूं पूरा करने दे विच असफल रही है। इस इकट्ठ विच मांग के समर्थकों ने हाथ विच कैनेडा तो अमृतसर के लिए सिद्धियां उड़ाणा ओपन द स्काइज टू अमृतसर वाले पोस्टर फड़े हुए सन। उन्हां नूं संबोधन करदिआं पॉलिएवर ने कहा कि साल 2022 प्रधानमंत्री जस्टिन ट्रूडो की सरकार ने भारत नाल ओपन स्काइज समझौते ते हस्ताक्षर कीते सी। गौरतलब है कि इस विच अमृतसर हवाई अड्डे नूं शामिल नहीं किया गया सी। अमृतसर जाण दे लई यात्रुआं नूं भारत पहुंचण ते अक्सर दिल्ली हवाई अड्डे ते अगली उड़ान दे लई कई घंटे का वाधू इंतजार करना पैंदा है जां पंजाब दे लई सड़क राही पहुंचण दे लई 8 तो 10 घंटे का वाधू समा लगता है। उन्होंने अगे कहा कि मैं अपने डिप्टी लीडर टिम उप्पल, शैतो मंत्री जसराज सिंह हलन ਅਤੇ ਹੋਰਨਾਂ ਪਾਰਟੀ ਮੈਂਬਰਾਂ ਦੇ ਨਾਲ ਰਲ ਕੇ ਕੈਨੇਡਾ ਤੋਂ ਅੰਮ੍ਰਿਤਸਰ ਦੇ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੇ ਲਈ ਮੁਹਿੰਮ ਸ਼ੁਰੂ ਕਰ ਰਿਹਾ ਹਾਂ ਤਾਂ ਜੋ ਲੱਖਾਂ ਕੈਨੇਡੀਅਨ ਜੋ ਕਿ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਸਿੱਧੀ ਹਵਾਈ ਯਾਤਰਾ ਕਰ ਸਕਣ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਜੋ ਕਿ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੇ ਵਿੱਚ ਪੁੱਜੇ ਹੋਏ ਸਨ, ਉਹਨਾਂ ਨੇ ਮੰਚ ਤੋਂ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਅੰਮ੍ਰਿਤਸਰ ਨੂੰ ਹਵਾਈ ਸਮਝੌਤਿਆਂ ਦੇ ਵਿੱਚ ਸ਼ਾਮਲ ਕਰਨ ਅਤੇ ਸਿੱਧੀਆਂ ਉਡਾਣਾਂ ਸਥਾਪਿਤ ਕਰਨ ਬਾਬਤ ਭਾਰਤ ਦੇ ਨਾਲ ਹਵਾਈ ਸਮਝੌਤਿਆਂ ਤੇ ਮੁੜ ਗੱਲਬਾਤ ਕਰਨ ਦੇ ਲਈ ਪੋਲੀਏਵਰ ਦੇ ਸੱਦੇ ਦੀ ਅਸੀਂ ਪੁਰਜ਼ੋਰ ਸ਼ਲਾਘਾ ਕਰਦੇ ਹਾਂ। ਸਿੱਧੀਆਂ ਉਡਾਣਾਂ ਨਾ ਕੇਵਲ ਪੰਜਾਬੀ ਭਾਈਚਾਰੇ ਨੂੰ ਲਾਭ ਪਹੁੰਚਾਉਣਗੀਆਂ ਬਲਕਿ ਕੈਨੇਡਾ ਵਸਦੇ ਹੋਰਨਾਂ ਭਾਈਚਾਰਿਆਂ ਦੇ ਨਾਗਰਿਕਾਂ ਨੂੰ ਵੀ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਹਰਮੰਦਰ ਸਾਹਿਬ ਸਮੇਤ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਦਾ ਅਨੁਭਵ ਕਰਨ ਦਾ ਮੌਕਾ ਵੀ ਪ੍ਰਦਾਨ ਕਰਨਗੀਆਂ। ਗੁਮਟਾਲਾ ਨੇ ਅੱਗੇ ਕਿਹਾ ਕਿ ਪੋਲੀਏਵਰ ਦਾ ਹਵਾਈ ਸਮਝੌਤਿਆਂ ਸੰਬੰਧੀ ਭਾਰਤ ਦੇ ਨਾਲ ਪੁਨਰ ਗੱਲਬਾਤ ਦਾ ਸੱਦਾ ਸਹੀ ਦਿਸ਼ਾ ਵਿੱਚ ਇੱਕ ਸਕਾਰਾਤਮਕ ਕਦਮ ਹੈ। ਕੈਨੇਡਾ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਬੁਲਾਰੇ ਮੋਹਿਤ ਅਤੇ ਉੱਤਰੀ ਅਮਰੀਕੀ ਖੇਤਰ ਦੇ ਕਨਵੀਨਰ ਅਨੰਤ ਸਿੰਘ ਢਿੱਲੋਂ ਨੇ ਇਹਨਾਂ ਯਤਨਾਂ ਦੇ ਲਈ ਪੋਲੀਏਵਰ ਅਤੇ ਸੰਸਦ ਮੈਂਬਰ ਟਿਮ ਉੱਪਲ ਦਾ ਧੰਨਵਾਦ ਕੀਤਾ ਹੈ ਅਤੇ ਕੰਜ਼ਰਵੇਟਿਵ ਲੀਡਰਸ਼ਿਪ ਨੂੰ ਕੈਨੇਡਾ ਅਤੇ 에ਅਰ ਇੰਡੀਆ ਸਮੇਤ ਹੋਰਨਾਂ ਭਾਰਤੀ 에ਅਰਲਾਈਨਸ ਤੱਕ ਵੀ ਯਤਨ ਜਾਰੀ ਰੱਖਣ ਦੇ ਲਈ ਅਪੀਲ ਕੀਤੀ ਤਾਂ ਜੋ ਭਾਈਚਾਰੇ ਦੇ ਇਸ ਸੁਪਨੇ ਨੂੰ ਜਲਦ ਹਕੀਕਤ ਵਿੱਚ ਬਦਲਿਆ ਜਾ ਸਕੇ। ਜ਼ਿਕਰਯੋਗ ਹੈ ਕਿ ਜਨਵਰੀ 2022 ਦੇ ਵਿੱਚ ਇਨੀਸ਼ੀਏਟਿਵ ਦੇ ਬੁਲਾਰੇ ਤੰਜੂ ਦੁਆਰਾ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਪਾਈ ਗਈ ਇੱਕ ਸੰਸਦੀ ਪਟੀਸ਼ਨ ਜੋ ਕਿ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬ੍ਰੈਡ ਵਿਸ ਵੱਲੋਂ ਸਪਾਂਸਰ ਕੀਤੀ ਗਈ ਸੀ ਨੂੰ ਮਾਤਰ 30 ਦਿਨਾਂ ਦੇ ਥੋੜੇ ਸਮੇਂ ਦੇ ਵਿੱਚ ਕੈਨੇਡਾ 'ਚ ਰਹਿੰਦੇ ਲਗਭਗ 20,000 ਲੋਕਾਂ ਵੱਲੋਂ ਹਸਤਾਖਰ ਕੀਤੇ ਗਏ ਸੀ ਅਤੇ ਇਹ ਮਾਮਲਾ ਸੰਸਦ ਦੇ ਗਲਿਆਰਿਆਂ ਵਿੱਚ ਗੂੰਜਿਆ ਸੀ। ਨਿਊਯਾਰਕ ਸੈਨੇਟ ਦੇ ਵਿੱਚ ਸੈਨੇਟਰ ਕੈਵਿਨ ਥਾਮਸ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਾਨਤਾ ਦੇਣ ਦੇ ਲਈ ਮਤਾ ਪੇਸ਼ ਕੀਤਾ ਗਿਆ। ਪੇਸ਼ ਕੀਤੇ ਗਏ ਮਤੇ ਅਨੁਸਾਰ ਅਪ੍ਰੈਲ ਮਹੀਨੇ ਨੂੰ ਨਿਊਯਾਰਕ ਸੂਬੇ 'ਚ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਾਨਤਾ ਦਿੱਤੀ ਗਈ। ਸੈਸ਼ਨ ਭਾਈ ਧਰਮਵੀਰ ਸਿੰਘ ਜੀ ਵੱਲੋਂ ਕੀਤੀ ਗਈ ਅਰਦਾਸ ਨਾਲ ਆਰੰਭ ਹੋਇਆ। ਸਾਰੇ ਸੈਨੇਟਰ ਅਰਦਾਸ ਵਿੱਚ ਸ਼ਾਮਲ ਹੋਏ। ਜੈਕਾਰਿਆਂ ਦੀ ਗੂੰਜ ਦੇ ਨਾਲ ਸੈਸ਼ਨ ਸ਼ੁਰੂ ਹੋਇਆ।
2 ਨੰਬਰ ਰੈਜ਼ੋਲੂਸ਼ਨ ਸੈਨੇਟਰ ਕੈਵਿਨ ਥਾਮਸ ਨੇ ਪੇਸ਼ ਕੀਤਾ। ਵੱਖਰੇ ਸੈਨੇਟਰਸ ਨੇ ਇਸ ਮਤੇ ਤੇ ਹੱਕ ਵਿੱਚ ਆਪਣੇ ਵਿਚਾਰ ਰੱਖੇ। ਤਾੜੀਆਂ ਦੀ ਗੜਗੜਾਹਟ ਦੇ ਨਾਲ ਮਤੇ ਦਾ ਸਮਰਥਨ ਹੋਇਆ। ਨਿਊਯਾਰਕ ਦੀ ਸੰਗਤ ਹਰਪ੍ਰੀਤ ਸਿੰਘ ਤੂਰ ਦੀ ਅਗਵਾਈ ਦੇ ਵਿੱਚ ਅਤੇ ਰੋਚੈਸਟਰ ਦੀ ਸੰਗਤ ਹਰਜੀਤ ਸਿੰਘ ਵੜੈਚ ਅਤੇ ਮੱਖਣ ਸਿੰਘ ਦੀ ਅਗਵਾਈ ਵਿੱਚ ਸੁਰਿੰਦਰ ਸਿੰਘ, ਲਖਵਿੰਦਰ ਸਿੰਘ ਵਿਰਕ, ਜਸਕਰਨ ਸਿੰਘ ਅਤੇ ਡਾਕਟਰ ਅਜੀਤ ਸਿੰਘ ਕੋਟਕਪੂਰਾ ਸੈਨੇਟ ਦੀ ਗੈਲਰੀ 'ਚ ਹਾਜ਼ਰ ਸਨ। ਸਾਰਾ ਹਾਲ ਮਤੇ ਦੇ ਮਨਜ਼ੂਰ ਹੋਣ ਤੋਂ ਬਾਅਦ ਤਾੜੀਆਂ ਦੀ ਗੜਗੜਾਹਟ ਦੇ ਨਾਲ ਗੂੰਜ ਉੱਠਿਆ। ਇਸ ਮੌਕੇ ਤੇ ਸਿੱਖਾਂ ਦੀਆਂ ਕੁਰਬਾਨੀਆਂ ਅਤੇ ਸਿੱਖਾਂ ਵੱਲੋਂ ਅਮਰੀਕਾ 'ਚ ਕੀਤੇ ਗਏ ਕੰਮਾਂ ਨੂੰ ਸਲਾਹਿਆ ਗਿਆ। ਸਿੱਖਾਂ ਦੀ ਗਿਣਤੀ ਸਾਰੇ ਸੰਸਾਰ ਦੇ ਵਿੱਚ 30 ਮਿਲੀਅਨ ਹੈ ਅਤੇ ਅਮਰੀਕਾ 'ਚ ਇਹ ਗਿਣਤੀ 5 ਲੱਖ ਦੇ ਲਗਭਗ ਹੈ। ਸਿੱਖ ਧਰਮ ਸੰਸਾਰ ਦਾ 5ਵਾਂ ਧਰਮ ਹੈ। ਮਤੇ ਵਿੱਚ ਇਹ ਵੀ ਦੱਸਿਆ ਗਿਆ ਕਿ ਅਮਰੀਕਨ ਸਿੱਖ ਆਪਣੇ ਅੰਦਰ ਅਮੀਰ ਵਿਰਾਸਤ ਸੰਭਾਲੀ ਬੈਠੇ ਨੇ। ਇਹਨਾਂ ਨੇ ਅਮਰੀਕਾ ਦੀ ਆਰਥਿਕ ਉન્નਤੀ ਦੇ ਵਿੱਚ ਬਹੁਤ ਯੋਗਦਾਨ ਪਾਇਆ। ਨਿਊਯਾਰਕ ਗਵਰਨਰ ਨੂੰ ਅਪ੍ਰੈਲ ਨੂੰ ਸਿੱਖ ਜਾਗਰੂਕਤਾ ਮਹੀਨੇ ਵਜੋਂ ਐਲਾਨਣ ਦੇ ਲਈ ਬੇਨਤੀ ਕੀਤੀ ਗਈ ਹੈ। ਭਾਰਤ ਅਤੇ ਅਮਰੀਕਾ ਦੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਪੱਛਮੀ ਬੰਗਾਲ ਦੇ ਪੱਛਮੀ ਮੇਦਨੀਪੁਰ ਜ਼ਿਲ੍ਹੇ ਵਿੱਚ ਕਲਾਈਕੁੰਡਾ 에ਅਰ ਫੋਰਸ ਸਟੇਸ਼ਨ ਤੇ ਸਾਂਝੀ ਮਸ਼ਕ ਵਿੱਚ ਹਿੱਸਾ ਲਿਆ। ਕੋਪ ਇੰਡੀਆ 2023 ਮਸ਼ਕ ਤਹਿਤ ਹਵਾਈ ਫੌਜ ਦੇ ਅੱਡੇ ਤੋਂ ਦੋਵਾਂ ਦੇਸ਼ਾਂ ਦੀਆਂ ਹਵਾਈ ਫੌਜਾਂ ਦੇ 5 ਲੜਾਕੂ ਜਹਾਜ਼ਾਂ ਨੇ ਇੱਕ ਤੋਂ ਬਾਅਦ ਇੱਕ ਕਰਕੇ ਤੇਜ਼ੀ ਨਾਲ ਉਡਾਣ ਭਰੀ। ਇਸ ਮਸ਼ਕ ਵਿੱਚ ਭਾਰਤ ਦੇ ਤੇਜਸ, ਰਾਫਾਲ, ਜੈਗੁਆਰ ਅਤੇ S-30 MKI ਲੜਾਕੂ ਜਹਾਜ਼ਾਂ ਅਤੇ ਅਮਰੀਕਾ ਦੇ F-15 ਲੜਾਕੂ ਜਹਾਜ਼ਾਂ ਨੇ ਹਿੱਸਾ ਲਿਆ। ਇਹ ਮਸ਼ਕ 10 ਅਪ੍ਰੈਲ ਤੋਂ ਸ਼ੁਰੂ ਹੋਈ ਸੀ ਅਤੇ ਅੱਜ ਇਸ ਦਾ ਆਖਰੀ ਦਿਨ ਸੀ। ਸਾਂਝੀ ਮਸ਼ਕ ਦੇ ਵਿੱਚ ਹਿੱਸਾ ਲੈਣ ਵਾਲੇ ਯੂਨਾਈਟਿਡ ਸਟੇਟਸ 에ਅਰ ਫੋਰਸ ਦੇ ਲੜਾਕੂ ਸਕੁਐਡਰਨ ਦੇ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਵੈਂਡਰ ਗਿਫੋਰਡ ਨੇ ਕਿਹਾ ਕਿ ਅਮਰੀਕਾ ਆਜ਼ਾਦ ਅਤੇ ਮੁਕਤ ਹਿੰਦ ਪ੍ਰਸ਼ਾਂਤ ਖੇਤਰ ਦੇ ਲਈ ਵਚਨਬੱਧ ਹੈ। ਉਹਨਾਂ ਨੇ ਕਿਹਾ ਕਿ ਕੋਪ ਇੰਡੀਆ 2023 ਦੋਵਾਂ ਦੇਸ਼ਾਂ ਦੀਆਂ ਹਵਾਈ ਫੌਜਾਂ ਵਿਚਾਲੇ ਸਭ ਤੋਂ ਵੱਡੀ ਸਾਂਝੀ ਹਵਾਈ ਮਸ਼ਕ ਸੀ। USF ਅਧਿਕਾਰੀਆਂ ਨੇ ਕਿਹਾ ਅਮਰੀਕਾ ਆਜ਼ਾਦ ਅਤੇ ਮੁਕਤ ਹਿੰਦ ਪ੍ਰਸ਼ਾਂਤ ਖੇਤਰ ਲਈ ਵਚਨਬੱਧ ਹੈ। ਇਹ ਭਾਰਤੀ ਹਵਾਈ ਫੌਜ ਦੇ ਨਾਲ ਸਿਖਲਾਈ ਦਾ ਵਧੀਆ ਮੌਕਾ ਸੀ। ਉਹਨਾਂ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਦੇ 2 ਹੋਰ ਦੇਸ਼ ਵੀ ਸੁਰੱਖਿਆ ਅਤੇ ਖੁਸ਼ਹਾਲੀ ਦੇ ਲਈ ਉਹਨਾਂ ਨੂੰ ਸਹਿਯੋਗ ਦੇ ਰਹੇ ਨੇ। ਅਮਰੀਕੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਇਸ ਗੱਲ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਚਾਈਨਾ ਵੱਲੋਂ ਇਸ ਮਸ਼ਕ ਨੂੰ ਕਿਵੇਂ ਦੇਖਿਆ ਜਾਏਗਾ। ਜ਼ਿਕਰਯੋਗ ਹੈ ਕਿ ਚੀਨ ਦੇ ਨਵ ਨਿਯੁਕਤ ਰੱਖਿਆ ਮੰਤਰੀ ਜਨਰਲ ਲੀ ਇਸ ਮਹੀਨੇ ਦੇ ਅੰਤ ਦੇ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੀ ਮੀਟਿੰਗ 'ਚ ਹਿੱਸਾ ਲੈਣ ਦੇ ਲਈ ਭਾਰਤ ਆਉਣਗੇ। ਅਮਰੀਕਾ ਵਿੱਚ ਯੁਵਾ ਵਿਕਾਸ ਸੇਵਾਵਾਂ ਦੇ ਵਿੱਚ ਸ਼ਾਮਲ ਰਹੇ ਭਾਰਤੀ ਮੂਲ ਦੇ CEO ਉਦੇ ਤਾਂਬਰ ਨਿਊਯਾਰਕ ਸਿਟੀ ਵਿੱਚ ਨਵੇਂ ਬਣੇ ਨਸਲੀ ਨਿਆਂ ਸਲਾਹਕਾਰ ਬੋਰਡ ਦੇ ਮੈਂਬਰ ਵਜੋਂ ਨਿਯੁਕਤ ਕੀਤੇ ਗਏ। 15 ਮਾਹਿਰਾਂ ਦੇ ਵਿੱਚੋਂ ਇੱਕ ਨੇ। ਨਿਊਯਾਰਕ ਯੂਨੀਅਨ ਟੈਨਿਸ ਐਂਡ ਲਰਨਿੰਗ ਦੇ ਪ੍ਰਧਾਨ ਅਤੇ CEO ਟੈਂਬਰ ਨੂੰ ਪਿਛਲੇ ਹਫ਼ਤੇ ਪੇਸ਼ ਕੀਤੇ ਗਏ ਨਸਲੀ ਨਿਆਂ ਚਾਰਟਰ ਸੋਧਾਂ ਨੂੰ ਲਾਗੂ ਕਰਨ ਬਾਰੇ ਸਲਾਹਕਾਰ ਬੋਰਡ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਮੇਅਰ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ ਬੋਰਡ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰੇਗਾ ਕਿ ਨਿਊਯਾਰਕ ਸਿਟੀ ਨਵੀਨਤਾ ਵਿੱਚ ਰਾਸ਼ਟਰ ਦੀ ਅਗਵਾਈ ਕਾਰਨ ਜਾਰੀ ਰੱਖੇਗਾ ਅਤੇ ਸ਼ਹਿਰ ਦੇ ਚਾਰਟਰ ਦੇ ਵਿੱਚ ਬਦਲਾਅ ਲਾਗੂ ਕਰੇਗਾ। ਅਧਿਕਾਰੀਆਂ ਦੇ ਅਨੁਸਾਰ ਬੋਰਡ ਇਹ ਯਕੀਨੀ ਬਣਾਏਗਾ ਕਿ ਨਿਊਯਾਰਕ ਸਿਟੀ ਨਸਲੀ ਸਮਾਨਤਾ ਵਿੱਚ ਦੇਸ਼ ਦੀ ਅਗਵਾਈ ਕਰੇ। ਬਿਆਨ ਵਿੱਚ ਟੈਂਬਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਮੈਂ ਨਿਊਯਾਰਕ ਸਿਟੀ ਦੇ ਸਭ ਤੋਂ ਲਚਕੀਲੇ ਭਾਈਚਾਰੇ ਦੀ ਨੁਮਾਇੰਦਗੀ ਕਰਨ ਦੇ ਲਈ ਨਵੇਂ ਸਲਾਹਕਾਰ ਬੋਰਡ ਵਿੱਚ ਸ਼ਾਮਲ ਹੋਣ ਦੇ ਲਈ ਉਤਸ਼ਾਹਿਤ ਹਾਂ। ਬਿਆਨ ਦੇ ਅਨੁਸਾਰ ਇਹਨਾਂ ਸੋਧਾਂ ਨੂੰ ਨਵੰਬਰ 2022 ਦੀਆਂ ਆਮ ਚੋਣਾਂ ਦੇ ਦੌਰਾਨ ਕਾਨੂੰਨ ਦਾ ਰੂਪ ਦਿੱਤਾ ਗਿਆ ਸੀ ਅਤੇ ਇਹ ਦੇਸ਼ ਵਿੱਚ ਆਪਣੀ ਕਿਸਮ ਦੇ ਪਹਿਲੇ ਬਦਲਾਅ ਨੇ। ਅਮਰੀਕਾ ਦੇ ਟੈਕਸਾਸ ਰਾਜ ਵਿੱਚ ਪਾਰਟੀ ਦੇ ਦੌਰਾਨ ਹੋਈ ਗੋਲੀਬਾਰੀ ਕਾਰਨ 9 ਲੜਕੇ ਅਤੇ ਲੜਕੀਆਂ ਦੇ ਜ਼ਖਮੀ ਹੋਣ ਦੀ ਖਬਰ ਆਈ। ਜਸਪਰ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਅਨੁਸਾਰ ਅੱਧੀ ਰਾਤ ਤੋਂ ਬਾਅਦ ਜਸਪਰ ਦੇ ਉੱਤਰ ਦੇ ਵਿੱਚ ਇੱਕ ਘਰ 'ਚ ਗੋਲੀ ਚੱਲਣ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਅਫਸਰ ਮੌਕੇ ਉੱਪਰ ਪੁੱਜੇ। ਉਹਨਾਂ ਨੇ ਮੌਕੇ ਤੇ 9 ਨਾਬਾਲਗ ਮਿਲੇ ਉਹਨਾਂ ਨੂੰ ਜੋ ਜ਼ਖਮੀ ਸਨ। ਹਾਲਾਂਕਿ ਜ਼ਖਮ ਜਾਨਲੇਵਾ ਨਹੀਂ ਨੇ। ਇਹਨਾਂ ਸਾਰਿਆਂ ਦੀ ਉਮਰ 15 ਤੋਂ 19 ਸਾਲ ਦੇ ਦਰਮਿਆਨ ਹੈ। ਜ਼ਖਮੀਆਂ ਨੂੰ ਸਥਾਨਕ ਹਸਪੀਟਲ 'ਚ ਦਾਖਲ ਕਰਵਾਇਆ ਗਿਆ। ਸ਼ੈਰਿਫ ਦਫ਼ਤਰ ਦੇ ਅਨੁਸਾਰ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੰਬੰਧਿਤ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਏਗੀ। ਭਾਰਤ ਨੇ ਹਿੰਸਾਗ੍ਰਸਤ ਸੁਡਾਨ 'ਚੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੇ ਲਈ ਸੋਮਵਾਰ ਨੂੰ ਆਪਰੇਸ਼ਨ ਕਾਵੇਰੀ ਸ਼ੁਰੂ ਕੀਤਾ ਹੈ। ਉਧਰ ਫਰਾਂਸ ਨੇ 5 ਭਾਰਤੀਆਂ ਸਮੇਤ 27 ਹੋਰ ਮੁਲਕਾਂ ਦੇ 388 ਨਾਗਰਿਕਾਂ ਨੂੰ ਸੁਡਾਨ 'ਚੋਂ ਸੁਰੱਖਿਅਤ ਕੱਢਿਆ ਹੈ। ਸਾਊਦੀ ਅਰਬ ਨੇ ਵੀ 3 ਨਾਗਰਿਕਾਂ ਨੂੰ ਸੁਰੱਖਿਅਤ ਲਿਆਂਦਾ ਹੈ। ਵਿਦੇਸ਼ ਮੰਤਰੀ S. ਜੈਸ਼ੰਕਰ ਨੇ ਕਿਹਾ ਕਿ ਸਮੁੰਦਰੀ ਅਤੇ ਹਵਾਈ ਜਹਾਜ਼ ਭਾਰਤੀਆਂ ਦੀ ਵਤਨ ਵਾਪਸੀ ਲਈ ਤਿਆਰ ਨੇ। ਜੈਸ਼ੰਕਰ ਨੇ ਟਵੀਟ ਕੀਤਾ, ਸੁਡਾਨ ਵਿੱਚ ਫਸੇ ਸਾਡੇ ਨਾਗਰਿਕਾਂ ਨੂੰ
ਵਾਪਸ ਲਿਆਉਣ ਦੇ ਲਈ ਆਪਰੇਸ਼ਨ ਕਾਵੇਰੀ ਸ਼ੁਰੂ ਹੋ ਗਿਆ ਹੈ। ਕਰੀਬ 500 ਭਾਰਤੀ ਸੁਡਾਨ ਬੰਦਰਗਾਹ ਤੇ ਪਹੁੰਚ ਗਏ ਨੇ ਅਤੇ ਹੋਰ ਭਾਰਤੀ ਰਾਜ ਨੇ। ਉਹਨਾਂ ਨੇ ਕਿਹਾ ਕਿ ਭਾਰਤੀ ਬੇੜੇ ਅਤੇ ਜਹਾਜ਼ ਨਾਗਰਿਕਾਂ ਨੂੰ ਵਤਨ ਲਿਆਉਣ ਦੇ ਲਈ ਤਿਆਰ ਨੇ। ਸੁਡਾਨ 'ਚ ਆਪਣੇ ਸਾਰੇ ਭਰਾਵਾਂ ਨੂੰ ਸਹਿਯੋਗ ਦੇਣ ਦੇ ਲਈ ਵਚਨਬੱਧ ਹਾਂ। ਦਿੱਲੀ 'ਚ ਫਰਾਂਸੀਸੀ ਸਫਾਰਤਖਾਨੇ ਨੇ ਕਿਹਾ ਕਿ ਸੋਮਵਾਰ ਨੂੰ ਭਾਰਤ ਸਮੇਤ 28 ਮੁਲਕਾਂ ਦੇ 388 ਵਿਅਕਤੀਆਂ ਨੂੰ ਸੁਡਾਨ 'ਚੋਂ ਸੁਰੱਖਿਅਤ ਕੱਢਿਆ ਗਿਆ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਫਰਾਂਸੀਸੀ ਮਿਸ਼ਨ ਜਾਰੀ ਹੈ ਤੇ ਬੀਤੀ ਰਾਤ ਫੌਜ ਦੇ 2 ਜਹਾਜ਼ਾਂ ਨੇ ਭਾਰਤੀ ਨਾਗਰਿਕਾਂ ਸਮੇਤ 28 ਮੁਲਕਾਂ ਦੇ 388 ਲੋਕਾਂ ਨੂੰ ਸੁਡਾਨ 'ਚੋਂ ਕੱਢਿਆ। ਫਰਾਂਸੀਸੀ ਸਫਾਰਤਖਾਨੇ ਨੇ ਟਵੀਟ 'ਚ ਕਿਹਾ, ਬੀਤੀ ਰਾਤ ਜਬੂਤੀ ਦੇ ਫਰਾਂਸੀਸੀ ਫੌਜੀ ਅੱਡੇ ਤੋਂ ਹਵਾਈ ਸੈਨਾ ਦੇ A400M ਜਹਾਜ਼ਾਂ ਨੇ ਵਿਸ਼ੇਸ਼ ਮਿਸ਼ਨ ਤਹਿਤ ਵੱਖ-ਵੱਖ ਮੁਲਕਾਂ ਦੇ ਵਿਅਕਤੀਆਂ ਨੂੰ ਸੁਡਾਨ 'ਚੋਂ ਸੁਰੱਖਿਅਤ ਕੱਢਿਆ ਹੈ। ਉਹਨਾਂ ਨੇ ਕਿਹਾ ਕਿ ਕੂਟਨੀਤਿਕ ਟੀਮਾਂ ਅਤੇ ਫੌਜ ਜਬੂਤੀ 'ਚ ਲੋਕਾਂ ਦਾ ਧਿਆਨ ਰੱਖ ਰਹੇ ਨੇ। ਇਸ ਦੌਰਾਨ ਸਾਊਦੀ ਅਰਬ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਨੇ ਸੁਡਾਨ 'ਚੋਂ ਕੁਝ ਭਾਰਤੀ ਨਾਗਰਿਕਾਂ ਸਮੇਤ 66 ਵਿਦੇਸ਼ੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ਹੈ। ਇਸ ਮਾਮਲੇ ਨਾਲ ਜੁੜੇ ਸੂਤਰਾਂ ਦੇ ਮੁਤਾਬਕ ਸਾਊਦੀ ਅਰਬ ਨੇ 3 ਭਾਰਤੀਆਂ ਨੂੰ ਸੁਡਾਨ 'ਚੋਂ ਕੱਢਿਆ ਜੋ ਸਾਊਦੀ ਉਡਾਣ ਦੇ ਅਮਲੇ ਦਾ ਹਿੱਸਾ ਸਨ ਅਤੇ ਸੁਡਾਨ ਦੀ ਰਾਜਧਾਨੀ ਖਰਤੂਮ 'ਚ ਫਸੇ ਹੋਏ ਸਨ। ਭਾਰਤ ਨੇ ਐਤਵਾਰ ਨੂੰ ਕਿਹਾ ਸੀ ਕਿ ਉਹਨਾਂ ਨੇ ਸਾਊਦੀ ਅਰਬ ਦੇ ਸ਼ਹਿਰ ਜਦਾਹ 'ਚ ਹਵਾਈ ਫੌਜ ਦੇ 2 ਜਹਾਜ਼ ਅਤੇ ਸੁਡਾਨ ਦੀ ਅਹਿਮ ਬੰਦਰਗਾਹ ਤੇ ਜਲ ਸੈਨਾ ਦੇ ਇੱਕ ਬੇੜੇ ਨੂੰ ਤਾਇਨਾਤ ਕੀਤਾ ਹੈ ਤਾਂ ਜੋ ਉੱਥੇ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਸੁਡਾਨ ਵਿੱਚ 3000 ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਤੇ ਧਿਆਨ ਕੇਂਦਰਿਤ ਕਰ ਰਹੀ ਹੈ। ट्विटर ब्लू टिक इन्हीं दिनी बहुत चर्चा च है। जदों तो कंपनी के बॉस एलन मस्क द्वारा ट्विटर ब्लू सबसक्रिप्शन पेश किया गया, कंपनी ने उन्होंने सारे उपभोक्तावां दे ब्लू टिक्स नूं वापस ले लिया जो इसका भुगतान नहीं कर रहे सन। हालांकि कुछ लोग हुण मस्क के फैसले ते सवाल चक रहे हैं। अमेरिका के मशहूर लेखक स्टीफन किंग उस समय खुश नहीं सन जदों मस्क द्वारा ब्लू टिक के लिए कुछ लोगों नूं पैसे दिते जाते हैं। तुहानूं दस दईए कि किंग का अकाउंट ट्विटर ने बिना पैसे लिए बहाल कर दिता है। उन्होंने मस्क नूं कहा कि ब्लू टिक लिए पैसे देने नालों यूक्रेन रूस युद्ध के पीड़ितां नूं पैसा दान करना बेहतर है। उन्होंने इस बारे एक ट्वीट विच कहा कि मस्क नूं मेरा ब्लू टिक चैरिटी नूं देना चाहिए है। मैं प्रितुला फाउंडेशन की सिफारिश करता हाँ जो यूक्रेन विच जीवन रक्षक सेवावां प्रदान करता है। एक केवल $8 है। इसके लिए शायद मिस्टर मस्क इस विच थोड़ा होर जोड़ सकते हैं। अमेरिकी लेखक के इस ट्वीट का जवाब एलन मस्क की तरफों दिता गया। मस्क ने लिखा कि मैं यूक्रेन की मदद के लिए हुण तक $100 मिलियन दान किया है और तुसीं हुण तक कितना दान किया है। मस्क इन्हां लोकां लई भुगतान कर रहे हैं। मस्क ने पिछले दिनी मन्निया कि वह खुद कुछ मशहूर हस्तियां दे ब्लू टिक्स के लिए भुगतान कर रहे हैं। इन्हां विच बास्केटबॉल स्टार ने विलियम शैंटर और लेखक स्टीफन किंग भी शामिल ने। ਜ਼ਿਕਰਯੋਗ ਹੈ कि ट्विटर ਨੂੰ ਹਾਸਲ ਕਰਨ ਤੋਂ ਬਾਅਦ ਮਸਕ ਨੇ ब्लू टिक्स सर्विस ਦਾ ਭੁਗਤਾਨ ਕੀਤਾ ਜਿਸ ਲਈ ਉਪਭੋਗਤਾਵਾਂ ਨੂੰ ਹਰ ਮਹੀਨੇ ਕੁਝ ਰਕਮ ਅਦਾ ਕਰਨੀ ਪਏਗੀ। ਅਮਰੀਕਨ 에ਅਰਲਾਈਨਸ ਦੀ ਨਿਊਯਾਰਕ ਤੋਂ ਦਿੱਲੀ ਆ ਰਹੀ ਉਡਾਣ ਦੇ ਵਿੱਚ ਇੱਕ ਭਾਰਤੀ ਨੂੰ ਆਪਣੇ ਸਹਿ ਯਾਤਰੀ ਦੇ ਨਾਲ ਮਾੜਾ ਵਿਵਹਾਰ ਕਰਨ ਦੇ ਦੋਸ਼ ਹੇਠ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। एयरलाइन ने कहा कि मुलजम भारती ने शराब पीती हुई सी ते अपने नाल बैठे मुसाफिर नाल बहस तो बाद उसके नाल माड़ा व्यवहार किया। घटना अमेरिकन एयरलाइंस की उड़ान AA292 विच वापरी है ते यात्री नूं एयरपोर्ट ते CISF के स्टाफ ने एतवार रात 9 बजे हिरासत विच ले लिया। एयरलाइन ने लैंडिंग तो पहला इस मामले बारे दिल्ली हवाई अड्डे के अधिकारियों नूं जाणू करवाया। इस तो बाद दोवां यात्रियों नूं दिल्ली पुलिस हवाले किया गया। लंघे एतवार स्थानक सैन मैटियो सिटी कॉलेज विच बे एरिया सीनियर खेडां करवाईयां गईयां। इन्हां खेडां दे विच पूरे अमेरिका तो सीनियर खिडारी भाग लैण वास्ते पहुंचे सी। ਇਹ ਖੇਡਾਂ ਕਾਲਜ ਦੇ ਟਰੈਕ ਐਂਡ ਫੀਲਡ ਖੇਤਰ ਵਿੱਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ 'ਚ ਹਰ ਉਮਰ ਵਰਗ ਦੇ 150 ਪੁਰਸ਼ ਅਤੇ ਔਰਤਾਂ ਨੇ ਭਾਗ ਲਿਆ। ਜ਼ਿਆਦਾਤਰ ਭਾਗੀਦਾਰ ਕੈਲੀਫੋਰਨੀਆ ਦੇ ਸਨ। ਫ੍ਰਿਜ਼ਨੋ ਤੋਂ ਗੁਰਬਖਸ਼ ਸਿੱਧੂ ਨੇ ਥਰੋ ਵਿੱਚ ਹਿੱਸਾ ਲਿਆ। ਉਹਨਾਂ ਨੇ ਹੈਮਰ ਥਰੋ ਵਿੱਚ 92 मीटर लगभग 131 फुट की दूरी नाल गोल्ड मैडल जितया। सक्शन थ्रो विच 75 मीटर 106 फुट की दूरी नाल सोन तगमा ते शॉट पुट विच 81 मीटर लगभग 28 फुट की दूरी नाल चांदी का तगमा जितया। फ्रिजनो दे 56 साल के नौजवान कमलजीत बैनीपाल ने 800 मीटर दौड़ विच बहुत ज़्यादा सिल्वर मैडल जितया और उन्होंने 400 मीटर की दौड़ दे विच भी हिस्सा लिया ते अपनी उम्र वर्ग दे विच चौथा स्थान हासिल किया। इत्थे यह भी गल जिक्रयोग है कि फ्रिजनो गुरबख्श सिंह सिद्धू पहला भी सीनियर गेमां 'च मैडल जित के पंजाबी भाईचारे का नाम उच्चा कर चुके हैं। संयुक्त अरब अमीरात विच ईद उल गिफ्त
ਸੰਯੁਕਤ ਅਰਬ ਅਮੀਰਾਤ ਵਿੱਚ ਈਦ ਉਲ ਫਿਤਰ ਦੀਆਂ ਛੁੱਟੀਆਂ ਦੌਰਾਨ ਵੱਖ-ਵੱਖ ਟਰਾਂਸਪੋਰਟ ਹਾਦਸਿਆਂ ਵਿੱਚ 2 ਭਾਰਤੀ ਪ੍ਰਵਾਸੀਆਂ ਦੀ ਮੌਤ ਹੋ ਗਈ। ਇੱਕ ਮੀਡੀਆ ਰਿਪੋਰਟ ਦੇ ਵਿੱਚ ਜਾਣਕਾਰੀ ਦਿੱਤੀ ਗਈ। ਖਲੀਜ ਟਾਈਮਜ਼ ਅਖਬਾਰ ਨੇ ਦੱਸਿਆ ਕਿ ਸ਼ਾਰਜਾਹ ਦਾ ਅਭਿਲਾਸ਼ ਆਪਣੇ ਸਾਥੀਆਂ ਦੇ ਨਾਲ ਖੌਰ ਫਕਨ ਵਿੱਚ ਕਿਸ਼ਤੀ ਸੈਰ ਤੇ ਗਿਆ ਸੀ, ਜਿੱਥੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਸ਼ਾਰਜਾਹ ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਹਾਦਸੇ ਵਿੱਚ ਇੱਕ ਬੱਚੇ ਸਮੇਤ 3 ਹੋਰ ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚ ਘੱਟੋ-ਘੱਟ ਇੱਕ ਦੀ ਹਾਲਤ ਗੰਭੀਰ ਹੈ। ਹਾਦਸੇ ਦੇ ਸਮੇਂ ਕਿਸ਼ਤੀ ਤੇ 16 ਯਾਤਰੀ ਸਵਾਰ ਸਨ ਅਤੇ ਰਿਪੋਰਟ ਵਿੱਚ ਹਾਦਸੇ ਦੀ ਸਹੀ ਮਿਤੀ ਜਾਂ ਸਮੇਂ ਦਾ ਜ਼ਿਕਰ ਨਹੀਂ ਕੀਤਾ ਗਿਆ। ਅਭਿਲਾਸ਼ ਦੀ ਲਾਸ਼ ਨੂੰ ਫਿਲਹਾਲ ਖੌਰ ਫਕਨ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ। ਉਹ ਆਪਣੇ ਪਿੱਛੇ ਪਤਨੀ ਅਤੇ ਧੀ ਛੱਡ ਗਿਆ। ਇੱਕ ਹੋਰ ਵਾਪਰੇ ਹਾਦਸੇ ਦੇ ਵਿੱਚ ਕੇਰਲ ਦੇ 35 ਸਾਲਾ ਸੁਬੀਸ਼ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਦੋਂ ਆਬੂ ਧਾਬੀ ਦੇ ਅਲ ਮਫਰਕ ਖੇਤਰ 'ਚ ਇੱਕ ਕਾਰ ਜਿਸ ਵਿੱਚ ਉਹ ਯਾਤਰਾ ਕਰ ਰਹੇ ਸਨ ਹਾਦਸਾਗ੍ਰਸਤ ਹੋ ਗਈ। ਪਲੱਕੜ ਦਾ ਰਹਿਣ ਵਾਲਾ ਸੁਬੀਸ਼ ਈਦ ਦੀ ਖਰੀਦਦਾਰੀ ਲਈ ਅਸਮਾਹਾ ਤੋਂ ਮੁਸਵਾਹਾ ਜਾ ਰਿਹਾ ਸੀ, ਜਦੋਂ 20 ਅਪ੍ਰੈਲ ਨੂੰ ਹਾਦਸਾ ਵਾਪਰਿਆ। ਪਿਛਲੇ 2 ਸਾਲਾਂ ਤੋਂ ਆਬੂ ਧਾਬੀ ਨਿਵਾਸੀ ਸੁਬੀਸ਼ ਇੱਕ ਲੈਂਡਸਕੇਪਿੰਗ ਕੰਪਨੀ 'ਚ ਕੰਮ ਕਰਦਾ ਸੀ ਅਤੇ 36 ਸਾਲ ਦੀ ਉਮਰ 'ਚ ਪਹੁੰਚਣ ਤੋਂ ਠੀਕ ਇੱਕ ਮਹੀਨਾ ਪਹਿਲਾਂ ਉਸ ਦੀ ਮੌਤ ਹੋ ਗਈ। ਉਸਦੇ ਚਚੇਰੇ ਭਰਾ ਨੇ ਖਲੀਜ ਟਾਈਮਜ਼ ਨੂੰ ਦੱਸਿਆ ਕਿ ਇਹ ਅਲ ਮਫਰਕ ਖੇਤਰ 'ਚ ਇੱਕ ਮਲਟੀਪਲ ਕਾਰ ਹਾਦਸਾ ਸੀ। ਸੁਬੀਸ਼ ਨਾਲ 2 ਹੋਰ ਲੋਕ ਪਿਛਲੀ ਸੀਟ ਤੇ ਬੈਠੇ ਸੀ। ਸੁਬੀਸ਼ ਨਾਲ ਯਾਤਰਾ ਕਰ ਰਹੇ 2 ਵਿਅਕਤੀਆਂ 'ਚੋਂ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਨਾਲ ICU ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਮਿਸੀਸਾਗਾ ਵਿੱਚ ਗੈਸ ਸਟੇਸ਼ਨ ਉੱਤੇ ਇੱਕ ਮਹਿਲਾ ਨੂੰ ਪੂਰੀ ਪਲੈਨਿੰਗ ਤੋਂ ਬਾਅਦ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਵਿਅਕਤੀ ਖਿਲਾਫ ਪੀਲ ਰੀਜਨਲ ਪੁਲਿਸ ਦੇ ਵੱਲੋਂ ਕੈਨੇਡਾ ਭਰ ਵਿੱਚ ਵਾਰੰਟ ਜਾਰੀ ਕੀਤੇ ਗਏ। ਪੁਲਿਸ ਨੇ ਦੱਸਿਆ ਕਿ 3 ਦਸੰਬਰ 2022 ਦਿਨ ਸ਼ਨੀਚਰਵਾਰ ਨੂੰ ਰਾਤੀ 10:40 ਦੇ ਨੇੜੇ-ਤੇੜੇ ਕ੍ਰੈਡਿਟ ਵਿਊ ਤੇ ਬ੍ਰਿਟੇਨੀਆ ਰੋਡਸ ਉੱਤੇ ਸਥਿਤ ਪੈਟਰੋ ਕੈਨੇਡਾ ਗੈਸ ਸਟੇਸ਼ਨ ਉੱਤੇ ਕਿਸੇ ਅਣਪਛਾਤੇ ਵਿਅਕਤੀ ਨੇ ਬ੍ਰੈਂਪਟਨ ਦੀ 21 ਸਾਲਾ ਪਵਨਪ੍ਰੀਤ ਕੌਰ ਨੂੰ ਗੋਲੀਆਂ ਮਾਰ ਕੇ ਮਾਰ ਸੁੱਟਿਆ। ਜਾਂਚਕਾਰਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਪਵਨਪ੍ਰੀਤ ਕੌਰ ਉਸ ਸਮੇਂ ਗੈਸ ਸਟੇਸ਼ਨ ਉੱਤੇ ਕੰਮ ਕਰ ਰਹੀ ਸੀ ਤੇ ਪੁਲਿਸ ਨੇ ਦੱਸਿਆ ਕਿ ਉਸ ਨੂੰ ਸੋਚ ਸਮਝ ਕੇ ਪਲੈਨਿੰਗ ਦੇ ਨਾਲ ਮਾਰਿਆ ਗਿਆ। ਸੋਮਵਾਰ ਨੂੰ ਪੀਲ ਹੋਮਿਸਾਈਡ ਬਿਊਰੋ ਨੇ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਸ਼ਖਸ ਦੀ ਪਛਾਣ 30 ਸਾਲਾ ਧਰਮ ਸਿੰਘ ਧਾਲੀਵਾਲ ਵਜੋਂ ਕੀਤੀ ਹੈ, ਜਿਹੜਾ ਫਰਸਟ ਡਿਗਰੀ ਮਰਡਰ ਦੇ ਲਈ ਵਾਂਟਡ ਹੈ। ਪੁਲਿਸ ਨੇ ਦੱਸਿਆ ਕਿ ਧਾਲੀਵਾਲ ਸਤੰਬਰ 2022 ਵਿੱਚ ਜਾਣ-ਬੁੱਝ ਕੇ ਲਾਪਤਾ ਹੋ ਗਿਆ, ਪਰ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਇਹ ਸਭ ਪਵਨਪ੍ਰੀਤ ਦੇ ਕਤਲ ਦੀ ਪਲੈਨਿੰਗ ਦੇ ਲਈ ਕੀਤਾ ਗਿਆ ਸੀ। ਧਰਮ ਸਿੰਘ ਬਾਰੇ ਜਾਰੀ ਵੇਰਵਿਆਂ ਦੇ ਅਨੁਸਾਰ ਉਸ ਦਾ ਕੱਦ 5 ਫੁੱਟ 8 ਇੰਚ ਹੈ ਤੇ ਵਜ਼ਨ 170 ਪਾਉਂਡ ਦੱਸਿਆ ਜਾਂਦਾ ਹੈ। ਉਸ ਦੇ ਖੱਬੇ ਹੱਥ ਉੱਤੇ ਟੈਟੂ ਵੀ ਹੈ। ਪੁਲਿਸ ਨੇ ਦੱਸਿਆ ਕਿ ਧਾਲੀਵਾਲ, ਜਿਸ ਦੇ ਲਿੰਕ ਓਨਟਾਰੀਓ, ਨਿਊ ਬ੍ਰੰਸਵਿਕ, ਵਿਨੀਪੈਗ ਤੇ ਵੈਨਕੂਵਰ 'ਚ ਨੇ, ਹਥਿਆਰਬੰਦ ਤੇ ਖਤਰਨਾਕ ਹੋ ਸਕਦਾ ਹੈ। ਉਸਦੇ ਪਰਿਵਾਰਕ ਮੈਂਬਰਾਂ ਉੱਤੇ ਵੀ ਉਸਦੀ ਮਦਦ ਕਰਨ ਦਾ ਦੋਸ਼ ਲਗਾਇਆ ਗਿਆ ਹੈ ਤੇ ਉਹਨਾਂ ਨੂੰ ਚਾਰਜ ਵੀ ਕੀਤਾ ਗਿਆ। ਪੀਲ ਪੁਲਿਸ ਨੇ ਦੱਸਿਆ ਕਿ ਪਵਨ ਦੇ ਕਤਲ ਦੇ ਸੰਬੰਧ ਦੇ ਵਿੱਚ ਧਾਲੀਵਾਲ ਦੇ 2 ਪਰਿਵਾਰਕ ਮੈਂਬਰਾਂ ਨੂੰ ਚਾਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 25 ਸਾਲਾ ਪ੍ਰਿਤਪਾਲ ਧਾਲੀਵਾਲ ਤੇ 50 ਸਾਲਾ ਅਮਰਜੀਤ ਧਾਲੀਵਾਲ ਨੂੰ ਮੌਕਟਨ, ਨਿਊ ਬ੍ਰੰਸਵਿਕ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਸਪਸ਼ਟ ਕੀਤਾ ਕਿ ਧਰਮ ਧਾਲੀਵਾਲ ਦੀ ਮਦਦ ਕਰਨ ਤੋਂ ਉਸ ਨੂੰ ਪਨਾਹ ਦੇਣ ਵਾਲਿਆਂ ਨੂੰ ਵੀ ਚਾਰਜ ਕੀਤਾ ਜਾਏਗਾ। ਇਸ ਦੇ ਨਾਲ ਹੀ ਪੁਲਿਸ ਨੇ ਧਰਮ ਨੂੰ ਆਤਮ ਸਮਰਪਣ ਕਰਨ ਦੇ ਲਈ ਵੀ ਕਿਹਾ ਹੈ। ਪੂਰਬੀ ਅਫਰੀਕੀ ਮੁਲਕ ਸੁਡਾਨ ਤੋਂ ਕੈਨੇਡਾ ਨੇ ਐਤਵਾਰ ਨੂੰ ਆਪਣੀਆਂ ਕਾਉਂਸਲਰ ਸੇਵਾਵਾਂ ਸਸਪੈਂਡ ਕਰ ਦਿੱਤੀਆਂ। ਸੁਡਾਨ ਵਿੱਚ ਹਥਿਆਰਬੰਦ ਸੰਘਰਸ਼ ਸ਼ੁਰੂ ਹੋਣ ਕਾਰਨ ਇਹ ਫੈਸਲਾ ਫੈਡਰਲ ਸਰਕਾਰ ਵੱਲੋਂ ਲਿਆ ਗਿਆ। ਮੀਡੀਆ ਰਿਪੋਰਟਾਂ ਦੇ ਅਨੁਸਾਰ ਕੈਨੇਡੀਅਨ ਡਿਪਲੋਮੈਟਸ ਹਾਲ ਦੀ ਘੜੀ 'ਚ ਸੁਡਾਨ ਤੋਂ ਬਾਹਰੋਂ ਕਿਸੇ ਸੁਰੱਖਿਅਤ ਥਾਂ ਤੋਂ ਅਰਜ਼ੀ ਤੌਰ ਉੱਤੇ ਕੰਮ ਕਰਨਗੇ। ਇਸ ਦੇ ਨਾਲ ਹੀ ਸੁਡਾਨ ਵਿੱਚ ਨਾਗਰਿਕਾਂ ਦੀ ਮਦਦ ਕੈਨੇਡਾ ਵੱਲੋਂ ਜਾਰੀ ਰੱਖੀ ਜਾਏਗੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੁਡਾਨ ਵਿੱਚ ਚੱਲ ਰਹੇ ਇਸ ਖੂਨੀ ਸੰਘਰਸ਼ ਦੇ ਦੌਰਾਨ 264 ਸਿਵਿਲੀਅਨਜ਼ ਸਮੇਤ 420 ਤੋਂ ਵੀ ਵੱਧ ਲੋਕ ਮਾਰੇ ਜਾ ਚੁੱਕੇ ਨੇ ਅਤੇ 3700 ਤੋਂ ਵੀ ਵੱਧ ਜ਼ਖਮੀ ਹੋ ਚੁੱਕੇ ਨੇ। ਇਹ ਸੰਘਰਸ਼ ਸੁਡਾਨੀ ਹਥਿਆਰਬੰਦ ਸੈਨਾਵਾਂ ਤੇ ਸ਼ਕਤੀਸ਼ਾਲੀ ਪੈਰਾਮਿਲਟਰੀ ਗਰੁੱਪ, ਜਿਸ ਨੂੰ ਰੈਪਿਡ ਸਪੋਰਟ ਫੋਰਸਿਸ ਵਜੋਂ ਵੀ ਜਾਣਿਆ ਜਾਂਦਾ ਹੈ, ਦਰਮਿਆਨ ਚੱਲ ਰਿਹਾ। ਸੱਤਾ ਦੀ ਵੰਡ ਨੂੰ ਲੈ ਕੇ ਸ਼ੁਰੂ ਹੋਏ ਝਗੜੇ ਕਾਰਨ 9 ਦਿਨਾਂ ਦੇ ਅੰਦਰ ਇੰਨੇ ਲੋਕ ਮਾਰੇ ਜਾ ਚੁੱਕੇ ਨੇ। ਸ਼ਨੀਚਰਵਾਰ ਨੂੰ ਹਾਸਲ ਹੋਈ ਜਾਣਕਾਰੀ ਦੇ ਅਨੁਸਾਰ 1596 ਕੈਨੇਡੀਅਨ ਨਾਗਰਿਕ ਸੰਘਰਸ਼ ਛਿੜਨ ਤੱਕ ਸੁਡਾਨ ਵਿੱਚ ਰਜਿਸਟਰਡ ਸਨ, ਪਰ ਸੁਡਾਨ ਵਿੱਚ ਕੈਨੇਡਾ ਦੇ ਸਾਬਕਾ ਸਫੀਰ ਰਹਿ ਚੁੱਕੇ ਨਿਕੋਲਸ ਦੇ ਅਨੁਸਾਰ ਇਹ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ, ਕਿਉਂਕਿ ਕਈ ਲੋਕਾਂ ਦੇ ਕੋਲ ਕੈਨੇਡਾ ਤੇ ਸੁਡਾਨ ਦੀ ਦੂਰੀ ਨਾਗਰਿਕਤਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਅਜੇ ਕਿੰਨੇ ਕੈਨੇਡੀਅਨਸ ਨਾਗਰਿਕਾਂ ਨੂੰ ਉੱਥੋਂ ਵੀ ਕੱਢਿਆ ਜਾ ਚੁੱਕਿਆ ਹੈ। ਕੈਨੇਡਾ ਦੀ ਸਭ ਤੋਂ ਵੱਡੀ ਫੈਡਰਲ ਪਬਲਿਕ ਸਰਵਿਸ ਯੂਨੀਅਨ ਦੇ ਵੱਲੋਂ ਧਰਨੇ ਲਾਉਣ ਵਾਲੀਆਂ ਥਾਵਾਂ ਨੂੰ ਸੋਮਵਾਰ ਤੋਂ ਬਦਲਿਆ ਜਾ ਰਿਹਾ ਹੈ ਤੇ ਇਹ ਧਰਨੇ ਹੁਣ ਬੰਦਰਗਾਹਾਂ ਦੇ ਨੇੜੇ ਲਗਾਏ ਜਾਣਗੇ।
ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਸਹੀ ਢੰਗ ਦੇ ਨਾਲ ਗੱਲ ਨਾ ਕਰਨ ਦੇ ਦੋਸ਼ ਵੀ ਲਗਾਏ ਗਏ। ਪਬਲਿਕ ਸਰਵਿਸ ਅਲਾਈਅੰਸ ਆਫ ਕੈਨੇਡਾ ਦੇ ਨੈਸ਼ਨਲ ਪ੍ਰੈਜ਼ੀਡੈਂਟ ਕ੍ਰਿਸ ਨੇ ਐਤਵਾਰ ਨੂੰ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਦੇਸ਼ ਭਰ ਵਿੱਚ ਅਜਿਹੀਆਂ ਥਾਵਾਂ ਉੱਤੇ ਧਰਨਾ ਲਾਉਣ ਬਾਰੇ ਸੋਚਿਆ ਸੀ ਜਿੱਥੇ ਸਰਕਾਰ ਉੱਤੇ ਸਿੱਧਾ ਅਸਰ ਪਏਗਾ। ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਕੈਨੇਡੀਅਨਸ ਤੇ ਕੈਨੇਡੀਅਨ ਅਰਥਚਾਰੇ ਉੱਤੇ ਵੱਡਾ ਅਸਰ ਹੋਣਾ ਹੈ, ਕਿਉਂਕਿ ਇਸ ਦੇ ਨਾਲ ਇੰਪੋਰਟ ਐਕਸਪੋਰਟ ਦੇ ਵਿੱਚ ਦੇਰੀ ਹੋਏਗੀ ਅਤੇ ਕੰਮਕਾਜ ਵਿੱਚ ਵਿਘਨ ਪਏਗਾ। ਅਸੀਂ ਇਸ ਸਭ ਪਾਸੇ ਜਿੰਨੀ ਜਲਦੀ ਹੋ ਸਕੇ ਬਾਹਰ ਆਉਣਾ ਚਾਹੁੰਦੇ ਹਾਂ। सोमवार रात ਨੂੰ ਨਾਰਥ ਯਾਰਕ ਵਿੱਚ ਸ਼ੂਟਿੰਗ ਤੋਂ ਬਾਅਦ ਜ਼ਖਮੀ ਹੋਏ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਇਹ ਜਾਣਕਾਰੀ ਟੋਰਾਂਟੋ ਪੁਲਿਸ ਨੇ ਦਿੱਤੀ ਹੈ। ਜੇਨ ਸਟਰੀਟ ਤੇ ਯਾਰਕ ਵੁੱਡਸ ਗੇਟ ਏਰੀਆ 'ਚ ਵਾਪਰੇ ਇਸ ਗੋਲੀ ਕਾਂਡ ਦੀ ਜਾਣਕਾਰੀ ਦੇ ਕੇ ਪੁਲਿਸ ਨੂੰ ਸੱਦਿਆ ਗਿਆ। ਮੌਕੇ ਉੱਤੇ ਪੁਲਿਸ ਨੂੰ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਮਿਲਿਆ। ਇਸ ਵੇਲੇ ਉਸ ਵਿਅਕਤੀ ਦੀ ਕਿਹੋ ਜਿਹੀ ਹਾਲਤ ਹੈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੋ ਸਕੀ ਹੈ ਤੇ ਉਸ ਬਾਰੇ ਵੀ ਪੁਲਿਸ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ, ਜਿਸ ਦੀ ਵਜ੍ਹਾ ਦੇ ਨਾਲ ਇਹ ਹਾਦਸਾ ਹੋਇਆ। ਅਪ੍ਰੈਲ ਦੇ ਮੱਧ ਦੇ ਵਿੱਚ ਸਿਟੀ ਦੇ ਵੱਖ-ਵੱਖ ਇਲਾਕਿਆਂ 'ਚ ਵਾਪਰੀਆਂ ਕਾਰ ਜੈਕਿੰਗ ਸੰਬੰਧੀ ਕਈ ਘਟਨਾਵਾਂ ਦੇ ਸੰਬੰਧ 'ਚ ਗ੍ਰਿਫਤਾਰ 3 ਵਿਅਕਤੀਆਂ 'ਚ ਇੱਕ 16 ਸਾਲਾ ਲੜਕਾ ਵੀ ਸ਼ਾਮਲ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ 17 ਅਪ੍ਰੈਲ ਤੇ 19 ਅਪ੍ਰੈਲ ਦੇ ਦਰਮਿਆਨ ਪਾਰਕ ਵੁੱਡਸ ਤੇ ਵੈਕਸਫੋਰਡ ਮੈਰੀਵੇਲ ਇਲਾਕੇ 'ਚ ਕਾਰ ਜੈਕਿੰਗ ਦੀਆਂ 4 ਘਟਨਾਵਾਂ ਵਾਪਰੀਆਂ। ਇਹ ਇਲਾਕਾ ਹਾਈਵੇ 401 ਤੇ ਡੌਨ ਵੈਲੀ ਪਾਰਕਵੇ ਅਤੇ ਜੇਨ ਸਟਰੀਟ ਤੇ ਫਿੰਚ ਐਵਨਿਊ ਵੈਸਟ ਨੇੜੇ ਹੰਬਰ ਸਟਰੀਟ ਉੱਤੇ ਸਥਿਤ ਹੈ। ਜਾਂਚਕਾਰਾਂ ਦੇ ਅਨੁਸਾਰ ਹਰੇਕ ਮਾਮਲੇ 'ਚ ਇੱਕ ਪੁਲਿਸ ਨੇ ਹੈਂਡਗਨ ਦੇ ਨਾਲ ਡਰਾਈਵਰ ਤੱਕ ਪਹੁੰਚ ਕੀਤੀ ਤੇ ਉਹਨਾਂ ਕੋਲੋਂ ਗੱਡੀ ਦੀ ਮੰਗ ਕੀਤੀ। 3 ਮਾਮਲਿਆਂ ਵਿੱਚ ਤਾਂ ਉਹ ਵਿਅਕਤੀ ਗੱਡੀਆਂ ਨੂੰ ਜਾਣ ਬੁੱਝ ਕੇ ਲੈ ਕੇ ਜਾਣ ਦੇ ਵਿੱਚ ਸਫਲ ਹੋ ਗਿਆ, ਪਰ ਚੌਥੇ ਮਾਮਲੇ 'ਚ ਉਸਨੂੰ ਇਲਾਕੇ 'ਚੋਂ ਖਾਲੀ ਹੱਥ ਮੁੜਨਾ ਪਿਆ। ਪੁਲਿਸ ਨੇ 3 ਲੋਕਾਂ ਦੀ ਪਛਾਣ ਕਰ ਲਈ ਹੈ ਤੇ ਉਹਨਾਂ ਦੇ ਵਿੱਚੋਂ 2 ਇੱਕ ਪੁਰਸ਼ ਤੇ ਮਹਿਲਾ ਨੂੰ 20 ਅਪ੍ਰੈਲ ਨੂੰ ਚੋਰੀ ਦੀ ਗੱਡੀ ਨਾਲ ਗ੍ਰਿਫਤਾਰ ਕੀਤਾ। ਜਾਂਚ ਦੇ ਦੌਰਾਨ ਹੀ ਪੁਲਿਸ ਨੂੰ ਤੀਜੀ ਗੱਡੀ ਵੀ ਲੱਭ ਗਈ। ਜਾਂਚਕਾਰਾਂ ਨੇ 3 ਗੱਡੀਆਂ ਦੀ ਤਲਾਸ਼ੀ ਲਈ ਤੇ ਜਾਂਚ ਨਾਲ ਸੰਬੰਧਿਤ ਸਬੂਤ ਵੀ ਬਰਾਮਦ ਕੀਤੇ। ਪੁਲਿਸ ਨੂੰ 에ਅਰਸੌਫਟ ਹੈਂਡਗਨ ਮਿਲੀ, ਜਿਸ ਦਾ ਐਕਸਟੈਂਡਡ ਮੈਗਜ਼ੀਨ ਸੀ। ਟੋਰਾਂਟੋ ਦੇ 33 ਸਾਲਾ ਜੋਨਾਥਨ ਹੋਮਫੈਨ ਨੂੰ 24 ਮਾਮਲਿਆਂ 'ਚ ਚਾਰਜ ਕੀਤਾ ਗਿਆ। ਇਨ੍ਹਾਂ 'ਚ ਡਾਕਾ, ਹਥਿਆਰ ਰੱਖਣ, ਪ੍ਰੋਹਿਬਿਸ਼ਨ ਆਰਡਰ ਤੇ ਬਾਵਜੂਦ ਹਥਿਆਰ ਰੱਖਣ ਦੇ ਹਥਿਆਰਾਂ ਦੇ ਸਿਰ ਉੱਤੇ ਲੁੱਟ ਖੋਹ ਕਰਨ ਦੇ ਚਾਰजेस ਸ਼ਾਮਲ ਨੇ। ਇਸ ਦੌਰਾਨ ਟੋਰਾਂਟੋ ਦੀ 31 ਸਾਲਾ ਜੈਸਿਕਾ ਚੌਕ ਨੂੰ ਜੁਰਮ ਨਾਲ ਹਾਸਲ ਕੀਤੀ ਚੋਰੀ ਦੀ ਸੰਪਤੀ ਰੱਖਣ ਲਈ ਚਾਰਜ ਕੀਤਾ ਗਿਆ ਤੇ ਉਸ ਨੂੰ ਅੰਡਰਟੇਕਿੰਗ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਹੈ। ਉਸ ਦੀ ਅਗਲੀ ਪੇਸ਼ੀ 30 ਮਈ ਨੂੰ ਹੈ। ਪੁਲਿਸ ਤੀਜੇ ਮਸ਼ਕੂਕ ਜੋ ਕਿ 16 ਸਾਲ ਦਾ ਹੈ ਲੋਕੇਟ ਉਸ ਨੂੰ ਨਹੀਂ ਕਰ ਪਾ ਰਹੀ ਸੀ, ਇਸ ਲਈ ਉਸ ਦੀ ਗ੍ਰਿਫਤਾਰੀ ਸੰਬੰਧੀ ਵਾਰੰਟ ਜਾਰੀ ਕੀਤੇ ਗਏ, ਪਰ ਬਾਅਦ ਵਿੱਚ 22 ਅਪ੍ਰੈਲ ਨੂੰ ਮਸ਼ਕੂਕ ਨੇ ਆਤਮ ਸਮਰਪਣ ਕਰ ਦਿੱਤਾ। ਇਸ ਟੀਨੇਜਰ ਖਿਲਾਫ 11 ਚਾਰजेस ਲਗਾਏ ਗਏ ਨੇ ਤੇ ਦੱਸਣਯੋਗ ਹੈ ਕਿ ਕੈਨੇਡਾ ਦੇ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਨੇ। ਟੋਰਾਂਟੋ ਪੁਲਿਸ ਇੱਕ ਲਾਪਤਾ ਮਹਿਲਾ ਤੇ ਬੱਚੇ ਦੀ ਭਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਨੂੰ ਆਖਰੀ ਵਾਰੀ ਸੋਮਵਾਰ ਦੁਪਹਿਰ ਨੂੰ ਦੇਖਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ 33 ਸਾਲਾ ਐਂਡਰੀਅਨ ਤੇ 1 ਮਹੀਨੇ ਦੀ ਕੈਲੀਆ ਨੂੰ ਆਖਰੀ ਵਾਰੀ ਦੁਪਹਿਰ ਦੇ 3:30 ਵਜੇ ਮਾਰਨਿੰਗ ਸਾਈਡ ਤੇ ਸਟੇਨਜ਼ ਐਵਨਿਊ ਇਲਾਕੇ 'ਚ ਦੇਖਿਆ ਗਿਆ। ਐਂਡਰੀਅਨ 5 ਫੁੱਟ 6 ਇੰਚ ਦਰਮਿਆਨੀ ਕੱਦ ਕਾਠੀ ਵਾਲੀ ਦੱਸੀ ਜਾਂਦੀ ਹੈ ਤੇ ਉਸਦੇ ਵਾਲਾਂ ਦਾ ਰੰਗ ਕਾਲਾ ਹੈ। ਉਸ ਨੂੰ ਆਖਰੀ ਵਾਰੀ ਪਿੰਕ ਜੈਕਟ, ਪਿੰਕ ਸ਼ਰਟ, ਕਾਲੀ ਪੈਂਟ ਤੇ ਕਾਲੇ ਸ਼ੂਜ਼ ਪਾਇਆ ਵੇਖਿਆ ਗਿਆ। ਉਸ ਨੂੰ ਬੇਬੀ ਕੈਰੀਅਰ ਦੇ ਨਾਲ ਵੇਖਿਆ ਗਿਆ, ਜਿਸ ਵਿੱਚ ਪਿੰਕ ਰੰਗ ਦੇ ਬਲੈਂਕਟ ਵਿੱਚ ਕੈਲੀਆ ਵੀ ਸੀ। ਪੁਲਿਸ ਨੇ ਮਹਿਲਾ ਤੇ ਬੱਚੇ ਦਰਮਿਆਨ ਰਿਸ਼ਤੇ ਦਾ ਖੁਲਾਸਾ ਨਹੀਂ ਕੀਤਾ, ਪਰ ਉਹਨਾਂ ਨੇ ਆਖਿਆ ਕਿ ਉਹਨਾਂ ਦੀ ਸੇਫਟੀ ਨੂੰ ਲੈ ਕੇ ਉਹ ਚਿੰਤਿਤ ਹੈ। 24 ਅਪ੍ਰੈਲ ਤੋਂ ਹਸਪੀਟਲ ਫਾਰ ਸਿਕ ਚਿਲਡਰਨ ਵੱਲੋਂ ਗੈਰ ਕਲੀਨਿਕਲ ਤੇ ਗੈਰ ਪੇਸ਼ੈਂਟ ਏਰੀਆ ਦੇ ਵਿੱਚ ਮਾਸਕ ਲਾਉਣ ਦੀ ਸ਼ਰਤ ਜਿਹੜੀ ਹੈ ਉਹ ਖਤਮ ਕੀਤੀ ਜਾ ਰਹੀ ਹੈ, ਪਰ ਜਿਨ੍ਹਾਂ ਥਾਵਾਂ ਉੱਤੇ ਮਰੀਜ਼ ਮੌਜੂਦ ਹੋਣਗੇ ਜਿਵੇਂ ਕਿ ਲੌਬੀਜ਼ ਤੇ ਐਲੀਵੇਟਰਸ ਵਰਗੀਆਂ ਸਾਂਝੀਆਂ ਥਾਵਾਂ ਉੱਤੇ ਮਾਸਕ ਦੀ ਲੋੜ ਹੋਏਗੀ। ਇੱਕ ਈਮੇਲ ਦੇ ਵਿੱਚ ਸੀਨੀਅਰ ਕਮਿਊਨੀਕੇਸ਼ਨਸ ਐਡਵਾਈਜ਼ਰ ਫਾਰ ਸਿਕ ਕਿਡਜ਼ ਸਰਾਹਵਾਰ ਨੇ ਆਖਿਆ ਕਿ ਟੋਰਾਂਟੋ ਰੀਜਨ ਹਸਪੀਟਲ ਆਪਰੇਸ਼ਨਸ ਟੇਬਲ ਦੀਆਂ ਸਿਫਾਰਸ਼ਾਂ ਉੱਤੇ ਅਸੀਂ ਕੈਂਪਸ ਦੇ ਕੁਝ ਖਾਸ ਇਲਾਕਿਆਂ ਵਿੱਚੋਂ ਮਾਸਕ ਵਾਲੀਆਂ ਸ਼ਰਤਾਂ ਖਤਮ ਕਰ ਰਹੇ ਹਾਂ। 1 ਅਪ੍ਰੈਲ ਨੂੰ ਕਾਲਜ ਸਟਰੀਟ ਵੈਸਟ ਤੇ ਕਲਿੰਗਟਨ ਸਟਰੀਟ ਏਰੀਆ ਵਿੱਚ ਜਿਨਸੀ ਹਮਲੇ ਦੀ ਵਾਪਰੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। 3 ਅਪ੍ਰੈਲ ਨੂੰ ਪੁਲਿਸ ਨੂੰ ਜਿਨਸੀ ਹਮਲੇ ਦੀ ਖਬਰ ਮਿਲੀ। ਇਹ ਹਮਲਾ 2 ਦਿਨ ਪਹਿਲਾਂ ਹੋਇਆ। 92 ਸਾਲਾ ਮਹਿਲਾ ਆਪਣੇ ਘਰ ਵਿੱਚ ਸੀ ਜਦੋਂ ਇੱਕ ਵਿਅਕਤੀ ਉਸਦੇ ਘਰ ਦਾਖਲ ਹੋਇਆ। ਘਰ ਅੰਦਰ ਦਾਖਲ ਹੋ ਕੇ ਉਸ ਵਿਅਕਤੀ ਨੇ ਮਹਿਲਾ ਉੱਤੇ ਜਿਨਸੀ ਹਮਲਾ ਕੀਤਾ, ਫਿਰ ਉੱਥੋਂ ਫਰਾਰ ਹੋਇਆ। 13 ਅਪ੍ਰੈਲ ਨੂੰ ਟੋਰਾਂਟੋ ਦੇ 58 ਸਾਲਾ ਕੈਲਵਿਨ ਚੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਘਰ ਵਿੱਚ ਦਾਖਲ ਹੋਣ ਅਤੇ ਜਿਨਸੀ ਹਮਲਾ ਕਰਨ ਦੇ ਚਾਰजेस ਲਗਾਏ ਗਏ ਨੇ। ਪੁਲਿਸ ਨੂੰ ਡਰ ਹੈ ਕਿ ਚੈਨ ਦਾ ਸ਼ਿਕਾਰ ਹੋਈਆਂ ਹੋਰ ਮਹਿਲਾਵਾਂ ਵੀ ਹੋ ਸਕਦੀਆਂ ਨੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੋਮਵਾਰ ਰਾਤ ਨੂੰ ਨੇਪਾਲ ਤੋਂ ਉਡਾਣ ਭਰਦਿਆਂ ਹੀ ਇੱਕ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਨਾਲ ਸਾਰਿਆਂ ਨੂੰ ਭਾਜੜਾਂ ਪੈ ਗਈਆਂ। ਇਹ ਫਲਾਈਟ ਕਾਠਮੰਡੂ ਤੋਂ ਦੁਬਈ ਜਾ ਰਹੀ ਸੀ। ਜਿਉਂ ਹੀ ਜਹਾਜ਼ ਨੇ ਕਾਠਮੰਡੂ 에ਅਰਪੋਰਟ ਤੇ ਉਡਾਣ ਭਰੀ ਤਾਂ ਇਸ ਵਿੱਚ ਅੱਗ ਲੱਗ ਗਈ।
ਅੱਗ ਲੱਗਣ ਤੋਂ ਬਾਅਦ ਜਹਾਜ਼ ਨੂੰ ਮੁੜ ਕਾਠਮੰਡੂ 에ਅਰਪੋਰਟ ਤੇ ਲੈਂਡ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। 에ਅਰਪੋਰਟ ਤੇ ਫਾਇਰ ਟੈਂਡਰਸ ਨੂੰ ਤਿਆਰ ਰੱਖਿਆ ਗਿਆ। ਇਸ ਤੋਂ ਕੁਝ ਮਿੰਟਾਂ ਬਾਅਦ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਜਹਾਜ਼ ਨੂੰ ਦੁਬਈ ਲਈ ਰਵਾਨਾ ਕਰ ਦਿੱਤਾ ਗਿਆ। ਨੇਪਾਲ ਦੇ ਟੂਰਿਜ਼ਮ ਮੰਤਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਕਤ ਜਹਾਜ਼ ਵੱਲੋਂ ਦੁਬਈ ਲਈ ਉਡਾਣ ਭਰ ਲਈ ਗਈ ਹੈ। ਨੇਪਾਲ ਨਾਗਰਿਕ ਹਵਾਬਾਜ਼ੀ ਅਥਾਰਟੀ ਮੁਤਾਬਕ ਫਲਾਈ ਦੁਬਈ ਫਲਾਈਟ ਇਸ ਵੇਲੇ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਤੇ ਆਪਣੀ ਮੰਜ਼ਿਲ ਦੇ ਵੱਲ ਵਧ ਰਹੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ।